ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜਵੇਂ ਕੇ। ਏਕ ਓੰਕਾਰ ਸਤਿਗੁਰ ਪ੍ਰਸਾਦਿ। ਸਿਮਰੰ ਸੋਈ ਪੁਰਖ ਅਚਲ ਅਬਿਨਾਸੀ। ਜਿਸ ਸਿਮਰਤ ਦੁਰਮਤ ਮਲ ਨਾਸੀ। ਸਤਿਗੁਰ ਚਰਨ ਕਵਲ ਰਿਦ ਧਾਰੰ। ਗੁਰ ਅਰਜਨ ਗੁਣ ਸਹਿਜ ਵਿਚਾਰੰ। ਗੁਰ ਰਾਮਦਾਸ ਘਰ ਕਿਉ ਪਰਗਾਸਾ। ਸਗਲ ਮਨੋਰਥ ਪੂਰੀ ਆਸਾ। ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਕਲਯ ਜੋੜ ਕਰ ਸੁਜਸ ਬਖਾਣਿਓ। ਕਲਯ ਜੋੜ ਕਰ ਸੁਜਸ ਬਖਾਣਿਓ। ਪ੍ਰਗਟੇ ਸ਼੍ਰੀ ਗੁਰੂ ਤੇਗ ਬਹਾਦਰ। ਸਗਲ ਸ੍ਰਿਸ਼ਟ ਪੈਟਾਪੀ ਚਾਦਰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ। ਤੇਗ ਬਹਾਦਰ ਸਿਮਰਿਐ ਕਰ ਨੌ ਨਿਧਿਆ ਬਹਿਤਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਜਿੱਥੇ ਅਸੀਂ ਚੱਲ ਕੇ ਆਏ ਹਾਂ, ਧੰਨ ਕਰਕੇ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਰਸਨਾ ਨੂੰ ਬਣਾਈਏ ਸਫਲਾ। ਕੋਈ ਵੀ ਗੁਰੂ ਰੂਪ ਸਾਧ ਸੰਗਤ ਰਸਨਾ ਨੂੰ ਨਾ ਪਵਿੱਤਰ ਕਰੇ ਤੇ ਕਿਉਂਕਿ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਰਸਨਾ ਜਿਹੜੀ ਹੈ ਪਵਿੱਤਰ ਕਰਨ ਵਾਸਤੇ ਮਿਲੀ ਹੈ। ਪਵਿੱਤਰ ਕਿਵੇਂ ਹੁੰਦੀ ਹੈ? ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ। ਪਵਿੱਤਰ 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 ਪੁਨੀਤ। 3 ਵਾਰੀ ਪਵਿੱਤਰ ਆਖੀਏ ਤੇ 1 ਵਾਰੀ ਪੁਨੀਤ ਬਣਦਾ। ਸੁਣਤੇ ਪੁਨੀਤ ਕਹਤੇ ਪਵਿੱਤ। ਜਿਹੜਾ ਸਰੋਤਾ ਹੈ ਨਾ, ਸੁਣਨ ਵਾਲਾ, ਉਹ ਪੁਨੀਤ ਹੈ। ਤੇ ਜਿਹੜਾ ਬਖਤਾ ਹੈ, ਕਹਿਣ ਵਾਲਾ, ਉਹ ਪਵਿੱਤਰ ਹੀ ਹੈ ਜੀ। ਉਹਦੀ ਕੈਟਾਗਰੀ ਥੱਲੇ ਹੀ ਹੈ। ਸੁਣਨ ਵਾਲੇ ਸਰੋਤੇ ਦੀ ਵੱਡੀ ਹੈ। ਕਿਆ ਸੁਣਤੇ ਪੁਨੀਤ ਕਹਤੇ ਪਵਿੱਤ। ਆਓ ਅਸੀਂ ਪਵਿੱਤਰ ਬਣ ਜਾਈਏ, ਪੁਨੀਤ ਹੋ ਜਾਈਏ। ਪਰ ਕਿਵੇਂ ਹੋਵਾਂਗੇ? ਜਦੋਂ ਅਸੀਂ ਗੁਰੂ ਦੇ ਗੁਣਾਂ ਨੂੰ ਗਾਵਾਂਗੇ, ਜਦੋਂ ਕੰਨਾਂ ਨਾਲ ਗੁਰੂ ਕੀ ਬਾਣੀ ਨੂੰ ਸੁਣਾਂਗੇ। ਗੁਰੂ ਕੇ ਕੀਰਤਨੀਏ ਕਿੰਨੇ ਪਿਆਰ ਵਿੱਚ ਭਿੱਜ ਕੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸਿਫਤ ਦੇ ਵਿੱਚ ਭੱਟ ਕਾਲਿਆ ਨੇ ਕਿਵੇਂ ਉਸ ਮਾਲਕ ਦੀ ਸਿਫਤ ਕੀਤੀ। ਕਿਵੇਂ ਇਹਨਾਂ ਨੇ ਭਿੱਜ ਕੇ ਰੂਹ ਨਾਲ ਸਾਨੂੰ ਗਾ ਕੇ ਸੁਣਾਇਆ। ਆਓ ਜੋ ਇਹਨਾਂ ਗਾ ਕੇ ਸੁਣਾਇਆ ਆਪਾਂ ਵਿਚਾਰ ਤੇ ਲਈਏ, ਵਿਚਾਰ ਕੇ ਉਸ ਨੂੰ ਆਪਣੇ ਅਮਲ ਦੇ ਵਿੱਚ ਤੇ ਲਿਆਈਏ। ਅਮਲ ਵਿੱਚ ਲਿਆਉਣ ਦੇ ਲਈ ਜਿੱਥੇ ਤਨ ਹੈ ਇੱਥੇ ਮਨ ਨੂੰ ਟਿਕਾਈਏ। ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਜੀ। ਸਤਨਾਮ ਸ਼੍ਰੀ ਸਤਨਾਮ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਕਿਉ ਪ੍ਰਕਾਸ਼ਾ। ਪ੍ਰਕਾਸ਼ ਹੋਇਆ। ਜਦੋਂ ਪ੍ਰਕਾਸ਼ ਹੁੰਦਾ ਹੈ, ਹਨੇਰਾ ਚਲੇ ਜਾਂਦਾ ਹੈ, ਚਾਨਣਾ ਹੁੰਦਾ ਹੈ ਤੇ ਅੰਧਕਾਰ ਮਿਟ ਜਾਂਦਾ ਹੈ। ਲਾਈਟ ਜਗਾਈਏ ਤੇ ਹਨੇਰਾ ਚਲੇ ਜਾਂਦਾ ਹੈ। ਗਿਆਨ ਦਾ ਦੀਵਾ ਜਗਾਈਏ ਤੇ ਮਨ ਦਾ ਹਨੇਰਾ ਜਾਂਦਾ ਹੈ। ਦੀਵਾ ਬਲੈ ਅੰਧੇਰਾ ਜਾਏ। ਮੈਂ ਗੱਲ ਕਹਿ ਦਿਆਂ, ਮੇਰਾ ਪ੍ਰਕਰਣ ਇਹ ਚੱਲ ਰਿਹਾ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਦਾ ਕਾਰਨ ਕੀ ਸੀ।
ਕੱਲ ਮੈਂ ਇਹ ਤੁਕ ਲਈ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਵਨ ਬਚਨਾਂ ਵਿੱਚੋਂ, ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਏ। ਉਹ ਮੇਰਾ ਦਾਤਾ ਜੋ ਕਰਦਾ ਹੈ ਪਲ ਵਿੱਚ ਹੋ ਜਾਂਦਾ ਹੈ, ਉਸ ਤੋਂ ਵੱਡਾ ਹੋਰ ਕੋਈ ਹੈ ਹੀ ਨਹੀਂ। ਖਿੰਨ ਮੈਂ ਇਸ ਤੁਕ ਨੂੰ ਨਾਲ ਲੈਣਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਆ। ਖਿੰਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਖਿੰਨ ਭਾਵ ਅੱਖ ਦੇ ਝਮਕਣ ਜਿਤਨੇ ਸਮੇਂ ਦੇ ਅੰਦਰ ਉਹ ਪਰਮਾਤਮਾ ਜਿਹੜਾ ਹੈ ਸਾਰੀ ਸ੍ਰਿਸ਼ਟੀ ਨੂੰ ਖਲਕਤ ਨੂੰ ਬਣਾ ਦਿੰਦਾ ਹੈ, ਤੇ ਇੱਕ ਪਲ ਦੇ ਵਿੱਚ, ਇੱਕ ਛਿਣ ਦੇ ਵਿੱਚ ਉਹ ਸਾਰੀ ਖੇਡ ਨੂੰ ਮਿਟਾ ਵੀ ਦਿੰਦਾ ਹੈ। ਉਹਨੇ ਤੇ ਖਿਡਾਰੀ ਦੇ ਹੱਥ ਵਿੱਚ ਹੈ ਤੇ ਮਦਾਰੀ ਦੇ ਹੱਥ ਵਿੱਚ ਹੈ। ਜਿੱਥੇ ਉਹਦਾ ਮਨ ਆਇਆ ਉਹਨੇ ਆਪਣਾ ਪਟਾਰਾ ਖੋਲ੍ਹਿਆ, ਖੇਡ ਸ਼ੁਰੂ ਕਰ ਦਿੱਤੀ। ਲੋਕ ਵੇਖਣ ਲੱਗ ਪਏ, ਮਜਮਾ ਲੱਗ ਗਿਆ। ਜਦੋਂ ਉਹਦਾ ਮਨ ਆਇਆ ਖੇਡ ਪੂਰੀ ਹੋ ਗਈ, ਉਹਨੇ ਆਪਣੀ ਸਾਰਾ ਸਮਾਨ ਸਮੇਟਿਆ, ਖੇਡ ਖਤਮ ਹੋ ਗਈ। ਲੱਗਾ ਸੀ ਮਜਮਾ, ਦੁਨੀਆ ਖਲੋਤੀ ਹੋਈ ਸੀ, ਲੋਕ ਵੇਖ ਰਹੇ ਸਨ, ਪੱਬਾਂ ਦੇ ਭਾਰ ਖਲੋ ਕੇ ਵੇਖ ਰਹੇ ਸਨ। ਇੱਕ ਦੂਸਰੀ ਤੋਂ ਅੱਗੇ ਹੋ ਕੇ ਖੇਡ ਖਤਮ ਕਰ ਦਿੱਤੀ। ਇਸ ਮਾਲਕ ਦੇ ਹੱਥ ਵਿੱਚ ਹੈ। ਖਿੰਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਉਸ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ। ਖੰਡ ਧਰਤੀ ਬ੍ਰਹਿਮੰਡ ਸਾਰੀ ਲੋਕਾਈ, ਸਾਰੀ ਸ੍ਰਿਸ਼ਟੀ ਕਹਿ ਲਈਏ। ਖੰਡ ਬ੍ਰਹਿਮੰਡ ਪਾਤਾਲ, ਧਰਤੀ ਦੇ ਹੇਠਾਂ ਜਿਹਨੂੰ ਆਪਾਂ ਕਹਿੰਦੇ ਆ ਪਾਤਾਲ ਹੈ। ਆਕਾਸ਼ ਸਾਡੇ ਸਿਰ ਤੇ ਹੈ, ਸਪੇਸ ਦੇ ਵਿੱਚ ਅਸੀਂ ਜੀ ਰਹੇ ਹਾਂ। ਖੰਡ ਕੰਟਰੀਆਂ ਕਹਿ ਲਓ, ਤੇ ਇਸ ਕੰਟਰੀਆਂ ਦੇ ਵਿੱਚ ਨਿੱਕੇ ਨਿੱਕੇ ਦੀਪ ਨੇ, ਨਿੱਕੇ ਨਿੱਕੇ ਟਾਪੂ ਨੇ, ਨਿੱਕੀਆਂ ਨਿੱਕੀਆਂ ਪ੍ਰਾਂਤਾਂ ਨੇ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਖੰਡ, ਫਿਰ ਬ੍ਰਹਿਮੰਡ, ਪਾਤਾਲ, ਦੀਪ, ਜਿੰਨੇ ਇਹ ਨਿੱਕੇ ਜੰਜੀਰੇ ਹਨ, ਰਵਿਆ ਸਭ ਲੋਈ। ਸਾਰੀਆਂ ਥਾਵਾਂ ਤੇ ਉਹ ਰੱਬ ਆਪ ਰਮਿਆ ਹੋਇਆ ਹੈ। ਉਹ ਪਲ ਵਿੱਚ ਬਣਾ ਦਿੰਦਾ ਤੇ ਛਿਨ ਵਿੱਚ ਮਿਟਾ ਦਿੰਦਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਰਥਾਏ ਭੱਟ ਕਲ ਜੀ ਕਹਿੰਦੇ ਨੇ, ਤੈਂ ਜਨਮਤ, ਤੈਂ ਜਿਵੇਂ ਆਪਾਂ ਕਹਿੰਦੇ ਆ ਤੈਂ ਆ ਕੀਤਾ, ਤੈਂ ਉਹ ਕੀਤਾ। ਇਹ ਸਾਡੀ ਆਮ ਬੋਲੀ ਹੈ, ਪੰਜਾਬ ਵਿੱਚ ਅਸੀਂ ਬੋਲਦੇ ਆ ਤੈਂ। ਭੱਟ ਕਲ ਕਹਿੰਦੇ ਨੇ ਤੈਂ ਜਨਮਤ। ਹੇ ਦਾਤਾ ਗੁਰੂ ਅਰਜਨ ਸਾਹਿਬ ਮਹਾਰਾਜ, ਤੁਸੀਂ ਸੰਸਾਰ ਦੇ ਵਿੱਚ ਆਏ, ਤੁਸੀਂ ਨਿਰੰਕਾਰ ਨੂੰ ਜਨਮਦਿਆਂ ਆਉਂਦਿਆਂ ਹੀ ਸਮਝ ਲਿਆ। ਤੈਂ ਜਨਮਤ, ਸੰਸਾਰ ਵਿੱਚ ਆਪ ਦਾ ਆਗਮਨ ਹੁੰਦਾ ਹੈ, ਤੇ ਜਦੋਂ ਆਪ ਆਗਮਨ ਹੁੰਦਾ ਹੈ ਸੰਸਾਰ ਵਿੱਚ ਆਉਂਦੇ ਹੋ, ਗੁਰ ਪਲਸ ਮਤ। ਹੁਣ ਪਛਾਣਿਆ ਕਿਵੇਂ ਹੈ? ਗੁਰੂ ਦੀ ਮੱਤ ਨਾਲ। ਜਦੋਂ ਸਾਨੂੰ ਕਿਸੇ ਚੀਜ਼ ਦੀ ਪਛਾਣ ਕਰਨੀ ਹੋਵੇ, ਸਾਨੂੰ ਅੱਖਰਾਂ ਦੀ ਮੱਤ ਲੈਣੀ ਪੈਂਦੀ ਹੈ। ਅੱਖਰਾਂ ਦਾ ਗਿਆਨ ਹੋਵੇ ਤੇ ਅਸੀਂ ਅੱਖਰਾਂ ਦੇ ਨਾਲ ਕਿਸੇ ਚੀਜ਼ ਦੀ ਪਹਿਚਾਣ ਕਰ ਲੈਂਦੇ ਆ। ਅੱਖਰ ਲਿਖੇ ਹੁੰਦੇ ਨੇ, ਬਾਹਰ ਬੋਰਡ ਤੇ ਲਿਖਿਆ ਹੁੰਦਾ ਹੈ, ਤੇ ਸਾਨੂੰ ਪਤਾ ਲੱਗ ਜਾਂਦਾ ਹੈ ਇਹ ਜਿਹੜੀ ਫਲਾਨੀ ਫਰਮ ਹੈ, ਇਹਦੇ ਵਿੱਚ ਫਲਾਨੀ ਚੀਜ਼ ਹੈ, ਇਹਦੇ ਉੱਤੇ ਆਹ ਪ੍ਰੋਡਕਟ ਹੈ, ਇਹਦੇ ਉੱਤੇ ਆਹ ਕੁਝ ਲਿਖਿਆ, ਇਹ ਆਈਟਮਾਂ ਇਹਦੇ ਵਿੱਚ ਪਈਆਂ ਨੇ। ਅੱਖਰਾਂ ਦਾ ਗਿਆਨ, ਅੱਖਰੀ ਗਿਆਨ ਹੋਵੇ ਤੇ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ, ਰਾਹ ਵੀ ਅਸੀਂ ਆਪਣੇ ਆਪ ਲੱਭ ਲੈਂਦੇ ਆ। ਜੇ ਅੱਖਰੀ ਗਿਆਨ ਨਹੀਂ ਤੇ ਪੁੱਛਦੇ ਰਹਿੰਦੇ ਆ। ਮੇਰੇ ਸਾਹਿਬ ਜੀ ਕਹਿੰਦੇ ਨੇ, ਜਦੋਂ ਅੱਖਰੀ ਗਿਆਨ ਲੈਣਾ ਹੋਵੇ, ਕਿਸੇ ਦੀ ਸਹਾਇਤਾ ਲੈਣੀ ਪੈਂਦੀ ਹੈ, ਕਿਸੇ ਮਨੁੱਖ ਦੀ, ਕਿਸੇ ਟੀਚਰ ਪ੍ਰੋਫੈਸਰ ਦੀ। ਇੱਥੇ ਜਦੋਂ ਗੁਰੂ ਦੀ ਮੱਤ ਲੈਣੀ ਹੋਵੇ ਤੇ ਗੁਰੂ ਦੇ ਕੋਲ ਆਉਣਾ ਪੈਂਦਾ ਹੈ। ਆਪ ਦੇ ਗੁਰੂ ਕੋਲ ਆਉਣਾ ਕੀ ਹੈ? ਆਪ ਦਾ ਤੇ ਆਗਮਨ ਹੀ ਗੁਰੂ ਦੇ ਘਰ ਵਿੱਚ ਹੁੰਦਾ ਹੈ। ਇੱਕ ਤੇ ਧੰਨ ਗੁਰੂ ਰਾਮਦਾਸ ਪਿਤਾ ਗੁਰੂ ਪੜ੍ਹਦੇ ਆ ਨਾ, ਗੁਰ ਅਰਜਨ। ਆ ਮੈਂ ਸਵਈਏ ਤਾਂ ਲਏ ਨੇ, ਸਾਨੂੰ ਇਹਨਾਂ ਸਵਈਆਂ ਦੀ ਨਾ ਕਈ ਵਾਰੀ ਵਿਸ਼ਰਾਮ ਲਾਉਣੀ ਨਹੀਂ ਆਉਂਦੀ, ਤੇ ਜਦੋਂ ਅਸੀਂ ਵਿਸ਼ਰਾਮ ਸਾਨੂੰ ਨਹੀਂ ਨਾ ਲਾਉਣਾ ਆਉਂਦਾ, ਅਸੀਂ ਅਰਥ ਤੋਂ ਅਨਰਥ ਕਰ ਦਿੰਦੇ ਆ। ਕਿਆ ਗੁਰ ਅਰਜਨ ਬ੍ਰੇਕ, ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਜੇ ਇਹਨੂੰ ਐਵੇਂ ਪੜ੍ਹ ਦਿੱਤਾ, ਗੁਰੂ ਅਰਜਨ ਘਰ ਰਾਮਦਾਸ ਭਗਤ ਉਤਰ ਆਇਓ, ਤੇ ਫਿਰ ਪਿਓ ਪੁੱਤਰ ਦੇ ਘਰ ਪੈਦਾ ਹੋ ਗਿਆ, ਉਲਟਾ ਹੋ ਗਿਆ। ਹੁਣ ਧਿਆਨ ਦੇਣਾ ਹੀ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਧੰਨ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਆਗਮਨ ਹੁੰਦਾ ਹੈ।
ਤੇ ਮੱਤ ਨਾਨਾ ਗੁਰੂ ਕੋਲੋਂ ਮਿਲ ਜਾਂਦੀ ਹੈ। ਗੋਇੰਦਵਾਲ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਆਪ ਜੀ ਦੇ ਜਦੋਂ ਮਾਤਲ ਮਿਲਦੇ ਆ, ਆਗਮਨ ਹੁੰਦਾ ਹੈ, ਤੇ ਮੱਤ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਰਹੇ ਨੇ। ਸਾਰੇ ਸੰਸਾਰ ਨੂੰ ਚਲਾਉਣ ਵਾਲੇ ਧੰਨ ਗੁਰੂ ਅਮਰਦਾਸ ਮਹਾਰਾਜ। ਵੇਖੋ ਆਪ ਜੀ ਰਿੜਦੇ ਹੋਏ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਛੋਟਾ ਜਿਹਾ ਆਕਾਰ ਹੈ, ਰਿੜਦੇ ਰਿੜਦੇ ਆਪ ਆਪਣੇ ਨਾਨਾ ਗੁਰੂ ਜੀ ਵੱਲ ਆ ਰਹੇ ਨੇ। ਮਾਤਾ ਭਾਨੀ ਜੀ ਪਿੱਛੇ ਨੱਸ ਕੇ ਆਏ ਕਿ ਉਹ ਧਰਤੀ ਤੇ ਰਿੜਦਿਆਂ ਹੋਇਆਂ ਅੰਗਾਂ ਨੂੰ ਕੁਝ ਮਿੱਟੀ ਦਸਤ ਜਿਹਨੂੰ ਅਸੀਂ ਕਹਿੰਦੇ ਆ ਲੱਗੀ ਹੋਈ ਹੈ। ਸਤਿਗੁਰੂ ਜੀ ਪਲੰਗੇ ਤੇ ਸ਼ਸ਼ੋਭਤ ਨੇ, ਮਾਤਾ ਪਿੱਛੇ ਨੱਸ ਕੇ ਆ ਰਹੇ ਨੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਿੰਘਾਸਣ ਤੇ ਸ਼ਸ਼ੋਭਤ ਹਨ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਜੀ ਦੇ ਦੋਤਰੇ, ਪਲੰਗ ਨੂੰ ਹੱਥ ਪਾਇਆ, ਪਲੰਗ ਹਿੱਲ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿਹੜਾ ਵੱਡਾ ਪੁਰਖ ਹੈ ਭਾਰੀ, ਜਿਸ ਮੰਜੀ ਹਲਾਈ ਸਾਡੀ ਸਾਰੀ। ਕਹਿਣ ਤੋਂ ਭਾਵ ਜਿਨ੍ਹਾਂ ਨੇ ਪਲੰਗ ਸਾਡਾ ਹਿਲਾ ਦਿੱਤਾ, ਕਿਹੜਾ ਐਡਾ ਮਹਾਨ ਵੱਡਾ ਪੁਰਖ ਹੈ, ਕਿਹੜਾ ਭਾਰੀ ਪੁਰਖ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਇਹ ਕਿਹੜਾ ਮਹਾਂਪੁਰਖ ਹੈ ਜਿਸ ਦੇ ਹੱਥ ਪਾਇਆ ਸਾਡਾ ਆਸਣ ਜਿਹੜਾ ਹਿੱਲ ਗਿਆ ਹੈ। ਤੇ ਮਾਤਾ ਪਿੱਛੇ ਪਿੱਛੇ ਭੱਜੀ ਆ ਰਹੀ ਹੈ। ਮਾਤਾ ਭਾਨੀ ਜੀ ਕਹਿੰਦੀ ਹੈ ਦਾਤੇ ਨੂੰ, ਪਿਤਾ ਗੁਰੂ ਅਮਰਦਾਸ ਮਹਾਰਾਜ ਨੂੰ, ਦੋਹਿਤਾ ਦੋਹਿਤਾ ਦੋਹਿਤਾ। ਜਦੋਂ 3 ਵਾਰੀ ਆਖਿਆ ਦੋਹਿਤਾ ਦੋਹਿਤਾ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਦੋਹਿਤਾ ਬਾਣੀ ਦਾ ਬੋਹਿਥਾ। ਇਹ ਤਾਂ ਬਾਣੀ ਦਾ ਬੋਹਿਥਾ ਹੈ ਤੇ ਬਾਣੀ ਦਾ ਜਹਾਜ਼ ਹੈ। ਇਹ ਬਾਣੀ ਦਾ ਬੋਹਿਥਾ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ। ਇਹ ਦੋਹਿਤਾ ਬਾਣੀ ਦਾ ਬੋਹਿਥਾ। ਹੁਣ ਧੰਨ ਗੁਰੂ ਅਮਰਦਾਸ ਜੀ ਦੋਹਿਤੇ ਨੂੰ ਬਾਣੀ ਦਾ ਬੋਹਿਥਾ ਕਹਿੰਦੇ ਨੇ। ਤੇ ਜਦੋਂ ਬਾਣੀ ਦਾ ਬੋਹਿਥਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਬਾਣੀ ਨੂੰ ਸੰਕਲਿਤ ਕਰਦੇ ਨੇ, ਜਦੋਂ ਇਸ ਬਾਣੀ ਨੂੰ ਇਕੱਤਰ ਕਰਦੇ ਨੇ ਰਾਮਸਰ ਸਰੋਵਰ ਦੇ ਕਿਨਾਰੇ, ਜਿੱਥੇ ਅੱਜ ਸਰੋਵਰ ਹੈ, ਇੱਥੇ ਇੱਕ ਨੀਵੀਂ ਜੀ ਥਾਂ ਹੈ, ਇੱਥੇ ਚੰਗੀਆਂ ਝਾੜੀਆਂ ਹਨ ਤੇ ਬੜੀ ਸੰਘਣੀ ਜੀ ਛਾਂ ਹੈ। ਇਸ ਥਾਂ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੀ ਬਾਣੀ ਹੈ ਉਸ ਨੂੰ ਇੱਕ ਜਿਲਤ ਬੰਦ ਕਰਦੇ ਨੇ। ਕਾਰਨ ਕੀ ਹੈ, ਕਿਉਂ ਕਰਦੇ ਨੇ? ਕਾਰਨ ਇਹ ਸੀ, ਮੈਂ ਨਾਲ ਕਾਰਨ ਇਸ ਲਈ ਰਹਿ ਰਿਹਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਹੀਦੀ ਦੇ ਕਾਰਨ ਕੀ ਨੇ। ਕਾਰਨ ਇਹ ਹੈ ਜਿਸ ਨੂੰ ਅੱਜ ਅਸੀਂ ਵੀ ਪੜ੍ਹਦੇ ਹਾਂ, ਸੁਣਦੇ ਵੀ ਹਾਂ, ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਨਾਨਕ ਨੀਵਾ ਜੋ ਚੱਲੈ ਲੱਗੈ ਨਾ ਤਾਤੀ ਵਾਓ। ਹੁਣ ਇਹ ਜਿਹੜੇ ਸ਼ਬਦ ਨੇ ਗੁਰੂ ਕੀ ਬਾਣੀ ਦੇ ਨਹੀਂ ਹੈ। ਬਾਣੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜਿਹੜੀ ਰੱਬੀ ਪੈਗੰਬਰ ਪੈਗਾਮ ਆਉਂਦਾ, ਰੱਬ ਦਾ ਸੁਨੇਹਾ ਆਉਂਦਾ, ਮੈਸੇਜ ਆਉਂਦਾ ਹੈ, ਬਾਣੀ ਆਉਂਦੀ ਹੈ, ਉਸ ਬਾਣੀ ਨੂੰ ਹੀ ਅਹਿਮੀਅਤ ਦਿੱਤੀ ਗਈ। ਪਰ ਜਦੋਂ ਇਸ ਬਾਣੀ ਦੇ ਵਿੱਚ ਰਲਗੱਡ ਕਰਨ ਵਾਸਤੇ ਹੋਰਾਂ ਨੇ ਵਿੱਚ ਬਾਣੀ ਨਾਨਕ ਦਾ ਨਾਮ ਵਰਤ ਕੇ ਉਚਾਰਨੀ ਸ਼ੁਰੂ ਕਰ ਦਿੱਤੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵੇਖਿਆ ਕਿ ਕੋਈ ਰਲਗੱਡ ਨਾ ਕਰ ਦੇਵੇ ਇਸ ਬਾਣੀ ਨੂੰ ਇੱਕ ਜਿਲਤ ਦੇ ਵਿੱਚ। ਪੋਥੀ ਪਰਮੇਸ਼ਰ ਕਾ ਥਾਨ, ਤੋਂ ਫਿਰ ਇਸ ਨੂੰ ਜਿਲਤ ਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦੇ ਦਿੱਤਾ ਜਾਏ। ਜੋ ਆਉਣ ਵਾਲੀ ਮਨੁੱਖਤਾ ਦਾ ਭਲਾ ਕਰਨ ਵਾਸਤੇ ਮੇਰੇ ਸਾਹਿਬਾਂ ਨੇ ਇਹ ਸਾਰਾ ਕੁਝ ਕੀਤਾ ਤੇ ਆਰੰਭ ਕਰ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ, ਇਹ ਲੋਕੀ ਕੱਚੀ ਬਾਣੀ ਜਿਹੜੀ ਉਚਾਰਨ ਲੱਗ ਪਏ ਨੇ, ਨਾਨਕ ਨਾਮ ਵਿੱਚ ਲੈ ਕੇ, ਨਾਨਕ ਨਾਮ ਦਰਜ ਕਰਕੇ। ਹੁਣ ਗੁਰੂ ਸਾਹਿਬ ਜੀ ਦੀ ਬਾਣੀ ਦਾ ਤੇ ਆਮ ਬਾਣੀ ਦਾ ਕਿਵੇਂ ਪਤਾ ਲੱਗੇਗਾ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਦਾਸ
ਮਾਂ ਆਪਣੇ ਪੁੱਤਰ ਦੀ ਆਵਾਜ਼ 100 ਬੰਦਾ ਹੋਵੇ, ਜਿੰਨੇ ਮਰਜ਼ੀ ਹੋਣ, ਮਾਂ ਨੂੰ ਆਪਣੇ ਪੁੱਤ ਦੀ ਆਵਾਜ਼ ਦਾ ਪਤਾ ਲੱਗ ਜਾਂਦਾ ਹੈ ਕਿ ਮੇਰੇ ਪੁੱਤਰ ਦੀ ਆਵਾਜ਼ ਹੈ। ਪਤੀ ਵਰਤਾ ਇਸਤਰੀ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਮਾਲਕ ਦੀ ਆਵਾਜ਼ ਹੈ। ਜਿਹੜੀ ਗੁਰੂ ਕੀ ਬਾਣੀ ਹੋਏਗੀ ਨਾ, ਤੈਨੂੰ ਪਤਾ ਲੱਗ ਜਾਏਗਾ। ਜਿਹੜੀ ਧੁਰ ਦਰਗਾਹੋਂ ਬਾਣੀ ਆਈ ਹੈ, ਤੈਨੂੰ ਆਪਣੇ ਆਪ ਹੀ ਚਾਨਣ ਹੋ ਜਾਏਗਾ, ਪ੍ਰਕਾਸ਼ ਹੋ ਜਾਏਗਾ। ਬਾਣੀ ਇਕੱਤਰ ਕਰਨੀ ਸ਼ੁਰੂ ਹੋ ਗਈ। ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਇਹ ਮੈਂ ਭੱਟਾਂ ਦਾ ਸਵਈਆ ਲਿਆ ਹੈ, ਕੱਲਿਆ ਪੱਟ ਦਾ। ਜਿਹੜੀ ਬਾਣੀ ਨਿਰੰਕਾਰ ਨਾਲ ਜੋੜਦੀ ਹੈ, ਹੰਕਾਰ ਨਾਲ ਨਹੀਂ। ਜਿਹੜੀ ਨਿਰੰਕਾਰ ਨਾਲ ਤੋੜਦੀ ਹੈ, ਉਹਨੂੰ ਨਹੀਂ। ਇੱਥੇ ਪੀਲੂ ਆਇਆ, ਛੱਜੂ ਆਇਆ, ਹਸਨ ਆਇਆ, ਕਾਨਾ ਆਇਆ, ਉਹਨਾਂ ਨੇ ਵੀ ਕਿਹਾ ਸਾਡੀ ਬਾਣੀ ਇਸ ਗ੍ਰੰਥ ਸਾਹਿਬ ਵਿੱਚ ਦਰਜ ਕਰ ਲਓ। ਪਾਤਸ਼ਾਹ ਨੇ ਕਿਹਾ ਨਹੀਂ, ਇਹ ਬਾਣੀ ਜਿਹੜੀ ਰੱਬ ਨਾਲ ਜੋੜਦੀ ਹੈ, ਨਿਰੰਕਾਰ ਨਾਲ ਜੋੜਦੀ ਹੈ, ਉਹਨਾਂ ਦੀ ਬਾਣੀ ਹੀ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਸਕਦੀ ਹੈ। ਪਾਤਸ਼ਾਹ ਨੇ ਜਦੋਂ ਇਨਕਾਰ ਕਰ ਦਿੱਤਾ, ਇਹ ਕਾਰਨ ਨੇ ਮੈਂ ਦੱਸਣੇ ਨੇ। ਕਾਰਨ ਇਹ ਜਿਹੜਾ ਕਾਨਾ, ਪੀਲੂ, ਛੱਜੂ, ਹਸਨ, ਇਹ ਜਿਹੜਾ ਬੀਰਬਲ ਹੈ। ਅੱਜ ਅਸੀਂ ਬੀਰਬਲ ਤੇ ਅਕਬਰ ਤੇ ਬੀਰਬਲ ਦੇ ਉਹ ਸੀਰੀਅਲ ਵੇਖਦੇ ਆ ਨਾ, ਅਕਬਰ ਦਾ ਤੇ ਬੀਰਬਲ ਦਾ। ਜਿਹੜਾ ਬੀਰਬਲ ਮਹੇਸ਼ ਦਾਸ ਦਾ ਨਾਂ ਹੈ। ਮਹੇਸ਼ ਦਾਸ ਦੇ ਕੋਲ ਗਏ, ਮਹੇਸ਼ ਦਾਸ ਨੂੰ ਇਹਨਾਂ ਨੇ ਕਿਹਾ, ਚੁੱਕਣਾ ਦਿੱਤੀ। ਮਹੇਸ਼ ਦਾਸ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਇਹ ਗੱਲ ਕਹਿ ਗਿਆ ਕਿ ਇਹਨਾਂ ਦੀ ਬਾਣੀ ਦਰਜ ਕਰ ਲਓ। ਤੇ ਗੁਰੂ ਸਾਹਿਬ ਜੀ ਨੇ ਇਨਕਾਰ ਕੀਤਾ। ਕਹਿੰਦਾ ਹੈ ਜੇ ਨਹੀਂ ਕਰੋਗੇ ਤੇ ਫਿਰ ਮੈਂ ਕਿਸੇ ਮੁਹਿੰਮ ਤੇ ਜਾ ਰਿਹਾ, ਜਦੋਂ ਮੈਂ ਵਾਪਸ ਆਵਾਂਗਾ ਤੁਹਾਨੂੰ ਵੇਖਾਂਗਾ। ਵੇਖਾਂਗਾ ਮੀਨਸ ਤੁਹਾਡੇ ਨਾਲ ਮੈਂ ਜੰਗ ਕਰਾਂਗਾ, ਜਾਂ ਮੈਂ ਤੁਹਾਨੂੰ ਗ੍ਰਿਫਤਾਰ ਕਰ ਲਾਂਗਾ, ਜਾਂ ਮੈਂ ਤੁਹਾਨੂੰ ਮਾਰ ਦੇਵਾਂਗਾ। ਕਹਿਣ ਤੋਂ ਭਾਵ ਸਿੱਧਾ ਜਿਹਾ ਆ ਸੀ। ਮਹੇਸ਼ ਦਾਸ ਬੀਰਬਲ ਜਿਸ ਮੁਹਿੰਮ ਤੇ ਗਿਆ, ਉੱਥੇ ਹੀ ਰਹਿ ਗਿਆ, ਮੁੜ ਕੇ ਆਇਆ ਹੀ ਨਹੀਂ ਹੈ। ਹੁਣ 1604 ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਸੰਪਾਦਨਾ ਹੋ ਰਹੀ ਹੈ, ਬਾਣੀ ਜਿਹੜੀ ਹੈ ਭਗਤਾਂ ਦੀ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਇਸ ਸਾਰੀ ਬਾਣੀ ਨੂੰ ਦਰਜ ਕਰਨਾ ਸ਼ੁਰੂ ਕਰ ਦਿੱਤਾ। ਭੱਟਾ ਨੇ ਕਿਹਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਗੁਰੂ ਦੀ ਮਤ ਲੈ ਕੇ ਕਿਨੂੰ? ਪਾਰ ਬ੍ਰਹਮ ਨੂੰ ਪਛਾਣ ਲਿਆ, ਪਰਮੇਸ਼ਰ ਨੂੰ ਪਛਾਣ ਲਿਆ। ਜਨਮ ਲੈਂਦੇ ਆ, ਸੰਸਾਰ ਦੇ ਵਿੱਚ ਆਉਂਦੇ ਆ। ਹੁਣ ਬਾਣੀ ਦਰਜ ਸ਼ੁਰੂ ਹੋ ਗਈ। ਬਾਣੀ ਤੋਂ ਇੱਕ ਮੈਂ ਹੋਰ ਗੱਲ ਨੁਕਤਾ ਦੱਸਦੀ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੁੰਦੀ ਹੈ, ਇਸ ਤੋਂ ਪਹਿਲਾਂ ਹਰਮੰਦਰ ਸਾਹਿਬ ਜੀ ਦੀ ਸੰਪਾਦਨਾ ਹੋ ਜਾਂਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੂੰ ਹੁਕਮ ਕਰਦੇ ਨੇ, ਜਾਓ ਮੋੜੀ ਗੱਡ ਕੇ ਇੱਕ ਨਗਰ ਵਸਾਓ, ਜਿਸ ਨੂੰ ਗੁਰੂ ਰਾਮਦਾਸ ਨੇ ਇਸ ਨਗਰ ਨੂੰ ਵਸਾਇਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਨਗਰ ਨੂੰ 4 ਚੰਨ ਲਾ ਦਿੱਤੇ। ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਵੇ ਹੈ ਜੀ ਕਾ। ਇਸ ਰਾਮਦਾਸ ਸਰੋਵਰ ਦੀ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਹੱਥੀ ਸੇਵਾ ਕਰਾਉਂਦੇ ਨੇ। ਪ੍ਰਭ ਹਰਮੰਦਰ ਸੋਹਣਾ ਤਿਸਮੈ ਮਾਨਕ ਲਾਲ। ਤੇ ਜਿਸ ਹਰਮੰਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਹੈ, ਉਹ ਆਪਣੇ ਹੱਥਾਂ ਦੇ ਨਾਲ ਤਿਆਰ ਕਰਾਉਂਦੇ ਨੇ। ਗੁਰਬਾਣੀ ਦੀ ਜਦੋਂ ਸੰਪਾਦਨਾ ਹੁੰਦੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੇਖਦੇ ਨੇ ਵੀ ਇਹ ਜਿਹੜੀ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਹ ਕਿਸ ਦੇ ਸ਼ੀਸ਼ ਉੱਤੇ ਰਾਮਸਰ ਸਰੋਵਰ ਵਾਲੇ ਥਾਂ ਤੋਂ, ਰਾਮਸਰ ਥਾਂ ਤੋਂ ਇਹ ਗੁਰੂ ਰਾਮਦਾਸ ਸਰੋਵਰ ਦੇ ਅੰਦਰ ਜਿਹੜਾ ਹਰਮੰਦਰ ਸਾਹਿਬ ਬਣਾਇਆ ਗਿਆ ਹੈ, ਸਿਰਜਿਆ ਗਿਆ ਹੈ, ਉਹਦੇ ਉੱਥੇ ਆਵੇ। ਤੇ ਸਤਿਗੁਰੂ ਜੀ ਨੇ ਵੇਖਿਆ ਤੇ ਸਾਰਿਆਂ ਤੋਂ ਪਵਿੱਤਰ ਉਸ ਵੇਲੇ ਸ਼ੀਸ਼ ਕਿਹਦਾ ਹੈ? ਬਾਬਾ ਬੁੱਢਾ ਜੀ ਦਾ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੰਗਤ ਕੀਤੀ ਸੀ, ਜਿਨ੍ਹਾਂ ਨੂੰ ਬੂੜਾ ਕਿਹਾ ਤੇ ਫਿਰ ਬਾਬਾ ਬੁੱਢਾ ਸਾਹਿਬ ਬਣ ਗਏ। ਬਾਬਾ ਬੁੱਢਾ ਸਾਹਿਬ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਸੀਸ ਤੇ ਲੈ ਕੇ ਆਉਂਦੇ ਨੇ ਦਰਬਾਰ ਸਾਹਿਬ ਤੱਕ, ਹਰਮੰਦਰ ਸਾਹਿਬ ਅੰਦਰ, ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਪਿੱਛੇ ਚੌਰ ਸਾਹਿਬ ਕਰਦੇ ਨੇ। ਇਹ ਚੌਰ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਜਿਹੜਾ ਝੁੱਲਦਾ ਸੀ, ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਝੁੱਲਣਾ ਸ਼ੁਰੂ ਹੋ ਗਿਆ। ਬਾਬਾ ਬੁੱਢਾ ਸਾਹਿਬ ਨੂੰ ਸਤਿਗੁਰੂ ਜੀ ਕਹਿਣ ਲੱਗੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ਾਂ, ਸੁਣੈ ਸਭ ਪੰਥ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੋ, ਸੁਣੇ
ਸਾਰਾ ਪੰਥ ਸੁਣੇ ਆਵਾਜ਼ਾਂ ਤੋਂ ਭਾਵ ਹੈ ਜਿਹੜਾ ਗੁਰੂ ਦਾ ਹੁਕਮ ਆਇਆ ਉਹ ਲਓ। ਤੇ ਗੁਰੂ ਦਾ ਹੁਕਮ ਆਇਆ ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਗੁਰੂ ਦੇ ਹੁਕਮ ਆਏ ਜਦੋਂ, ਤੇ ਉਸ ਗੁਰੂ ਦੇ ਹੁਕਮ ਨੂੰ ਸੁਣਿਆ ਸਾਰਿਆਂ ਨੇ। ਤੇ ਉਸ ਹੁਕਮ ਨੂੰ ਅੱਜ ਵੀ ਅਸੀਂ ਹੁਕਮ, ਕੱਲ ਦਾ ਵੀ ਹੁਕਮ ਆਇਆ ਸੀ, ਆਦ ਪੂਰਨ ਮੱਧ ਪੂਰਨ, ਅੱਜ ਦਾ ਹੁਕਮ ਆਪਾਂ ਸੁਣਿਆ। ਤੇ ਇਸ ਹੁਕਮ ਨੂੰ ਜਿਨ੍ਹਾਂ ਨੇ ਆਪਣੇ ਅੰਦਰ ਵਸਾਇਆ ਹੈ ਉਹਨਾਂ ਨੇ ਹੀ ਗੁਰੂ ਨੂੰ ਪਾਇਆ ਹੈ। ਜਦੋਂ ਹੁਕਮ ਸੁਣਿਆ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਿਮਾ ਵਧਣੀ ਸ਼ੁਰੂ ਹੋ ਗਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਚੌਰ ਚੱਲਣਾ ਸ਼ੁਰੂ ਹੋ ਗਿਆ। ਪਾਤਸ਼ਾਹ ਆਪ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਹੈ ਨਾ, ਇੱਥੇ ਆਪ ਜੀ ਦਾ ਜਿੱਥੇ ਪ੍ਰਕਾਸ਼ ਹੁੰਦਾ, ਸੁਖਾਸਣ ਇਸ ਥਾਂ ਤੇ ਹੁੰਦਾ ਹੈ। ਤੇ ਆਪ ਜੀ ਹੁਣ ਜਿਸ ਪਲੰਘੇ ਤੇ ਆਪ ਆਰਾਮ ਕਰਦੇ ਸਨ, ਉਸ ਪਲੰਘ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖ ਆਸਣ ਹੁੰਦਾ ਏ। ਤੇ ਆਪ ਹੇਠਾਂ ਥੱਲੇ ਮੰਜੇ ਤੇ ਨਹੀਂ, ਪਲੰਘੇ ਤੇ ਨਹੀਂ, ਹੇਠਾਂ ਚਾਦਰ ਵਿਛਾ ਕੇ ਆਰਾਮ ਕਰਦੇ ਨੇ, ਹੇਠਾਂ ਚਾਦਰ ਵਿਛਾਉਂਦੇ ਨੇ, ਧਰਤੀ ਤੇ ਸੌਂ ਜਾਂਦੇ ਨੇ। ਵੇਖੋ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਕੀ ਬਾਣੀ ਨੂੰ ਕਿੰਨਾ ਉੱਚਾ ਦਰਜਾ ਦਿੰਦੇ ਨੇ, ਜਿਸ ਨੂੰ ਅਸੀਂ ਰੋਜ਼ ਕੱਢਦੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਸੰਪਾਦਨਾ ਹੋ ਜਾਂਦੀ ਹੈ, ਸਿੱਖ ਗੁਰੂ ਕੀ ਬਾਣੀ ਨੂੰ ਫਾਲੋ ਆਪਣੇ ਜੀਵਨ ਵਿੱਚ ਕਰਨਾ ਸ਼ੁਰੂ ਕਰ ਦਿੰਦੇ ਨੇ। ਇੱਧਰੋਂ ਜਦੋਂ ਅਕਬਰ ਬਾਦਸ਼ਾਹ ਦੇ ਕੋਲ ਬੀਰਬਲ ਦੇ ਤੇ ਮੁਹਿੰਮ ਤੇ ਗਿਆ ਹੋਇਆ ਸੀ, ਤੇ ਉਹ ਤੇ ਉਧਰ ਰਹਿ ਗਿਆ, ਕਾਨ੍ਹਾ ਪੀਲੋ ਛੱਜੋ। ਇਹਨਾਂ ਨੇ ਅਕਬਰ ਬਾਦਸ਼ਾਹ ਨੂੰ ਵੀ ਜਾ ਕੇ ਕਿਹਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਹੈ, ਉਸ ਦੇ ਵਿੱਚ ਇਸਲਾਮ ਤੇ ਪ੍ਰਥਾਏ ਕੁਝ ਕਬੋਲ ਲਿਖੇ ਗਏ ਨੇ। ਜਦੋਂ ਇਹ ਗੱਲ ਕਹੀ, ਹੁਣ ਅਕਬਰ ਬਾਦਸ਼ਾਹ ਪੰਜਾਬ ਦੀ ਧਰਤੀ ਵੱਲ ਆਇਆ। ਉਹਨਾਂ ਨੇ ਮੈਸੇਜ ਭੇਜ ਦਿੱਤਾ ਕਿ ਗੁਰੂ ਅਮਰਦਾਸ, ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੀ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ, ਇਸ ਤਰ੍ਹਾਂ ਦਾ ਸੁਨੇਹਾ ਮਿਲਿਆ ਹੈ, ਉਹਦੇ ਦਰਸ਼ਨ ਕਰਾਏ ਜਾਣ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਏ। ਤੇ ਆਪ ਜੀ ਨੇ ਜਦੋਂ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਬਰ ਨੇ ਗੁਰੂ ਕੀ ਬਾਣੀ ਨੂੰ ਸੁਣਿਆ। ਉਦੋਂ ਪਤਾ ਕੀ ਜਿਹੜਾ ਹੁਕਮ ਆਇਆ, ਕਿਹੜੀ ਬਾਣੀ ਆਈ, ਜਿਹਨੂੰ ਅਸੀਂ ਪੜ੍ਹਦੇ ਹਾਂ, ਯਕ ਅਰਧ ਗੁਫਤਮ ਪੇਸ਼ ਦੋ ਤਰ ਗੋਸ਼, ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੋਵੇ ਅਜ਼ਰਾਇਲ ਗ੍ਰਿਫਤੇ ਦਿਲ ਹਿਸ ਨਾ ਦਾਨੀ। ਜਨ ਪਿਸਰ ਪਦਰ ਬਿਰਾਦਰਾ ਕਸਨੇਸ ਦਸਤੰਗੀਰ, ਆਖਰ ਬਿਖਤਮ ਕਸਨਾ ਦਰਦ ਚੂੰ ਸ਼ਬਦ ਤਕਬੀਰ। ਸਭ ਰੋਜ਼ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨਾਨੇਕੀ ਕਾਰ ਕਰਦਮ। ਮਮ ਈ ਚੀਨੀ ਅਹਵਾਲ ਬਖਤ ਬਖਤ ਹਮ ਚੂ ਬਖੀਲ, ਗਾਫਿਲ ਵੇ ਨਜ਼ਰ ਬੇਬਾਕ। ਨਾਨਕ ਬਗੋਇਤ ਜਨ ਤੁਰਾ ਤੇਰੇ ਚਾਕਰਾਂ ਪਾਖਾਕ। ਹੁਣ ਤੁਸੀਂ ਸਮਝੋਗੇ ਕਿ ਭਾਈ ਕੀ ਪੜ੍ਹ ਕੇ ਆ, ਇਹ ਗੁਰੂ ਕੀ ਬਾਣੀ ਹੈ, ਇਹ ਫਾਰਸੀ ਦੇ ਅੱਖਰ ਨੇ। ਫਾਰਸੀ ਦੇ ਵਿੱਚ ਜਦੋਂ ਇਹ ਕਹਿੰਦੇ ਯਕ ਇੱਕ ਅਰਜ ਮੀਨਸ ਅਰਦਾਸ, ਯਕ ਅਰਜ ਗੁਫਤਮ ਪੇਸ਼ਤੋ ਦਰਗੋਸ਼, ਇਹ ਦਾਤਾ ਕੰਨ ਕਰ, ਮੈਂ ਤੇਰੇ ਅੱਗੇ ਇੱਕ ਅਰਦਾਸ ਕਰਦਾ, ਬੇਨਤੀ ਕਰਦਾ, ਜੋਦੜੀ ਕਰਦਾ, ਸੁਣ। ਯਕ ਅਰਜ ਗੁਫਤਮ ਪੇਸ਼ਤੋ ਦਰਗੋਸ਼, ਕੁਨ ਕਰਤਾਰ ਹੱਕਾ ਕਬੀਰ ਕਰੀਮ। ਹੱਕਾ ਤੋਂ ਭਾਵ ਹੈ ਤੂੰ ਵੱਡਾ ਹੈ, ਸੱਚਾ ਹੈ। ਹੱਕਾ ਕਬੀਰ ਕਰੀਮ, ਕਿਰਪਾ ਕਰਨ ਵਾਲਾ ਹੈ ਤੂੰ, ਕਬੀਰ ਵੱਡਾ ਹੈ ਤੂੰ, ਪਰਵਦਗਾਰ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਜਦੋਂ ਇਹ ਬਚਨ ਸੁਣੇ ਤੇ ਨਾਲ ਅੱਗੇ ਅੱਗੇ ਆਇਆ, ਦੁਨੀਆ ਮੁਕਾਮੇ ਫਾਨੀ, ਇਹ ਸੰਸਾਰ ਸਾਰਾ ਫਨਾ ਹੈ। ਅਕਬਰ ਬਾਦਸ਼ਾਹ ਨੇ ਜਦੋਂ ਇਹ ਬਾਣੀ ਸੁਣੀ ਨਾ, ਤੇ ਉਹਨੇ ਕਿਹਾ ਇਹਦੇ ਵਿੱਚ ਤੇ ਕੁਝ ਵੀ ਗਲਤ ਨਹੀਂ ਲਿਖਿਆ, ਇਹ ਤੇ ਬਿਲਕੁਲ ਸਚਾਈ ਲਿਖੀ ਹੈ ਕਿ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਦੁਨੀਆ ਸਾਰੀ ਫਨਾ ਹੋਣ ਵਾਲੀ ਹੈ, ਇਹ ਦਿਲ ਦੇ ਵਿੱਚ ਸੱਚ ਕਰਕੇ ਜਾਣ ਲਓ, ਮਰਨਾ ਸਾਰਿਆਂ ਨਹੀਂ ਹੈ, ਫਨਾ ਹੋਣ ਵਾਲਾ ਸੰਸਾਰ ਹੈ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਵੇ ਅਜ਼ਰਾਇਲ। ਅਜ਼ਰਾਇਲ ਕਹਿੰਦੇ ਨੇ ਫਰਿਸ਼ਤੇ ਨੂੰ, ਜਮ ਨੂੰ ਕਹਿ ਲਓ। ਉਸ ਕਾਲ ਨੇ, ਉਸ ਮੌਤ ਨੇ ਸਾਡੇ ਕੇਸਾਂ ਤੋਂ ਫੜਿਆ ਹੋਇਆ ਹੈ, ਪਤਾ ਨਹੀਂ ਕਿਹੜੇ ਟਾਈਮ ਉਸਨੇ ਹੜਫ ਲੈਣਾ ਹੈ। ਇਸ ਕਰਕੇ ਇਸ ਨੂੰ ਸੁਚੇਤ ਕੀਤਾ ਗਿਆ ਕਿ ਜਿਸ ਮਕਸਦ ਲਈ ਇਸ ਤੋਂ ਆਇਆ, ਸੰਸਾਰ ਵਿੱਚ ਉਸ ਨਿਰੰਕਾਰ ਨਾਲ ਜੁੜ। ਜਦੋਂ ਇਹ ਬਚਨ ਸੁਣਿਆ, ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾ ਦਾਨੀ ਨੇ ਕਿਹਾ ਇਹਦੇ ਵਿੱਚ ਕੁਝ ਵੀ ਨਹੀਂ। ਫਿਰ ਜਿਹੜੇ ਸ਼ਰਾਰਤੀ ਸਨ ਕਹਿੰਦੇ ਨੇ ਹੋਰ ਅੱਗੇ ਖੋਲ ਕੇ ਵੇਖੋ, ਅਗਲੀਆਂ ਪੇਚਾਂ ਵਿੱਚ ਵੇਖੋ। ਹੋਰ ਅੰਗ ਥੱਲੇ ਗਏ
ਤੇ ਫਿਰ ਆ ਗਿਆ ਰੱਬ ਦੀ ਮਿਹਰ, ਅਵਲ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ। ਫਿਰ ਇਹ ਆ ਗਿਆ ਅਵਲ ਅੱਲਾਹ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ, ਨੂਰ ਮੀਨਸ ਜੋਤ। ਇੱਕ ਨੂਰ ਤੋਂ ਇੱਕ ਹੀ ਸਾਰਾ ਸੰਸਾਰ, ਇੱਕ ਨੂਰ ਤੋਂ ਹੀ ਸਾਰਾ ਪ੍ਰਗਟ ਹੋਇਆ। ਇੱਕ ਨੂਰ ਤੇ ਸਭ ਜਗ ਉਪਜਿਆ, ਪੈਦਾ ਹੋਇਆ। ਕੌਣ ਭਲੇ ਕੌਣ ਮੰਦੇ, ਕੌਣ ਚੰਗਾ ਤੇ ਕੌਣ ਮੰਦਾ ਹੈ। ਬੰਦੇ ਦੇ ਕਰਮ ਮੰਦੇ ਨੇ। ਕਰਮ ਮੀਨਸ ਕੰਮ। ਬੰਦਾ ਕੋਈ ਨਹੀਂ ਮੰਦਾ, ਕੋਈ ਚੰਗਾ ਨਹੀਂ ਹੈ। ਬੰਦੇ ਦੇ ਕਰਮ ਮਾੜੇ ਹੁੰਦੇ ਨੇ। ਜਦੋਂ ਮਨੁੱਖ ਕਰਮ ਮਾੜੇ ਕਰਦਾ ਹੈ ਉਹ ਮੰਦਾ ਹੈ। ਜਦੋਂ ਅਕਬਰ ਬਾਦਸ਼ਾਹ ਦੇ ਕੰਨਾਂ ਦੇ ਵਿੱਚ ਇਹੋ ਜਿਹੇ ਪਵਿੱਤਰ ਬੋਲ ਪਏ, ਇਹ ਗੁਰੂ ਸਾਹਿਬ ਜੀ ਦੇ, ਗੁਰੂ ਅਰਜਨ ਸਾਹਿਬ ਮਹਾਰਾਜ ਨਾਲ ਇਹਦਾ ਤਾਲਮੇਲ ਹੋ ਗਿਆ ਸੀ। ਤਾਲਮੇਲ ਕਿਵੇਂ? ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਵੀ ਦਰਬਾਰ ਦੇ ਵਿੱਚ ਆਇਆ ਸੀ। ਤੇ ਉਦੋਂ ਗੁਰੂ ਅਮਰਦਾਸ ਮਹਾਰਾਜ, ਕੋਈ ਰਾਜਾ ਆਵੇ ਮਹਾਰਾਜਾ ਆਵੇ, ਕਿਆ ਪਹਿਲੇ ਪੰਗਤ ਪਾਸ਼ੇ ਸੰਗਤ। ਪਹਿਲਾਂ ਪੰਗਤ ਵਿੱਚ ਬੈਠ ਕੇ, ਭਾਵ ਜਿੱਥੇ ਏਕਤਾ ਦਾ ਮੈਸੇਜ ਦਿੱਤਾ ਜਾਂਦਾ ਹੈ, ਬਰਾਬਰ ਵਿੱਚ ਰਾਜਾ ਹੋਵੇ ਮਹਾਰਾਜਾ ਹੋਵੇ, ਗਰੀਬ ਹੋਵੇ ਅਮੀਰ ਹੋਵੇ, ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਦੀ ਹੈ ਸੰਗਤ। ਕਿਆ ਪਹਿਲੇ ਪੰਗਤ ਪਾਸ਼ੇ ਸੰਗਤ। ਉਦੋਂ ਵੀ ਅਕਬਰ ਬਾਦਸ਼ਾਹ ਆਇਆ ਸੀ ਤੇ ਇਸ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਸੀ ਕਿ ਜੋ ਗੁਰੂ ਅਮਰਦਾਸ ਮਹਾਰਾਜ ਛਕਦੇ ਨੇ ਉਹ ਮੈਨੂੰ ਮਿਲੇ। ਤੇ ਸਿੱਖ ਨੇ ਉਹ ਕੁਝ ਜਿਹੜਾ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਛਕਦੇ ਸਨ, ਓਗਰਾ, ਭਾਵ ਜਿਹਨੂੰ ਅਸੀਂ ਦਲੀਆ ਕਹਿ ਦਿੰਦੇ ਹਾਂ, ਉਹ ਦਲੀਆ ਹੀ ਲਿਆ ਕੇ ਪਰੋਸ ਦਿੱਤਾ ਅਕਬਰ ਬਾਦਸ਼ਾਹ ਨੂੰ। ਤੇ ਅਕਬਰ ਬਾਦਸ਼ਾਹ ਨੇ ਦਲੀਆ ਖਾਧਾ ਸੀ ਤੇ ਇਹਨੂੰ ਉਹ ਸਵਾਦ ਆਇਆ ਜਿਹਨੂੰ ਅਸੀਂ ਅੱਜ 36 ਪ੍ਰਕਾਰ ਦੇ ਪਦਾਰਥ ਕਹਿੰਦੇ ਹਾਂ। ਉਹ ਵੀ ਫਿੱਕੇ ਪੈ ਜਾਂਦੇ ਨੇ। ਐਸਾ ਆਨੰਦ ਆਇਆ, ਐਸਾ ਇਸ ਨੂੰ ਸਵਾਦ ਆਇਆ, ਪ੍ਰਸੰਨ ਹੋ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਕਹਿਣ ਲੱਗਾ, ਪਾਤਸ਼ਾਹ ਇੰਨੀਆਂ ਸੰਗਤਾਂ ਲੰਗਰ ਛਕਦੀਆਂ ਨੇ, ਇੰਨੇ ਲੋਕ ਗਰੀਬ ਅਮੀਰ ਆਉਂਦੇ ਨੇ, ਇੰਨਾ ਲੰਗਰ ਦਾ ਪ੍ਰਵਾਹ ਚੱਲਦਾ ਰਹਿੰਦਾ ਦਾਤਿਆ, ਕੁਝ ਲੰਗਰ ਦੇ ਨਾਲ ਨਾਮ ਮੈਂ ਖੇਤੀ, ਕੁਝ ਥਾਂ, ਕੁਝ ਜ਼ਮੀਨ ਲਾ ਦਿਆਂ ਜਿਸ ਨਾਲ ਲੰਗਰ ਸੋਹਣਾ ਚੱਲਦਾ ਰਹੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹ ਗੱਲ ਕਹੀ, ਅਕਬਰ ਬਾਦਸ਼ਾਹ ਇਹ ਗੁਰੂ ਕਾ ਲੰਗਰ ਹੈ, ਇਹ ਕਿਸੇ ਜਾਇਦਾਦਾਂ ਦੇ ਨਾਲ ਨਹੀਂ ਚੱਲਦਾ। ਇਹ ਗੁਰੂ ਕਾ ਲੰਗਰ ਤਿਲ ਫੁੱਲ ਦਸਵੰਧ ਨਾਲ, ਗੁਰੂ ਕੇ ਸਿੱਖਾਂ ਦੀ ਸੇਵਾ, ਦਸਾਂ ਨੌਵਾਂ ਦੀ ਕਿਰਤ ਤੇ ਆਪਣੇ ਦਸਵੰਧ ਦੀ ਸੇਵਾ ਨਾਲ, ਇਹ ਕੋਈ ਰੁਪਈਆ ਪਾਵੇ, ਕੋਈ ਵੱਧ ਪਾਵੇ, ਕੋਈ ਘੱਟ ਪਾਵੇ, ਇਹ ਉਹਨਾਂ ਨਾਲ ਲੰਗਰ ਚੱਲਦਾ ਹੈ। ਇਹ ਸਵਾਦ, ਇਹ ਟੇਸਟ, ਇਹ ਇਸ ਤਰ੍ਹਾਂ ਇਹ ਦਸਾਂ ਨੌਵਾਂ ਦੀ ਕਿਰਤ ਨਾਲ। ਵੇਖੋ, ਵੱਡੀ ਲੈ ਕੇ ਹੱਕ ਗਵਾਏ, ਤੇ ਜਿਹੜੇ ਵੱਡੀ ਲੈ ਕੇ ਕਿਸੇ ਦਾ ਹੱਕ ਮਾਰ ਕੇ ਖਾਂਦੇ ਨੇ, ਉਹ ਪ੍ਰਸ਼ਾਦ ਤੇ ਕਈ ਪ੍ਰਕਾਰ ਦਾ ਤਿਆਰ ਕਰ ਲੈਂਦੇ ਨੇ, ਪਰ ਉਹਦੇ ਵਿੱਚੋਂ ਰਸ ਨਹੀਂ ਜੀ ਆਉਂਦਾ, ਕਿਉਂਕਿ ਉਹ ਗਰੀਬਾਂ ਦਾ ਲਹੂ ਨਿਚੋੜਿਆ ਹੋਇਆ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਭਾਈ ਲਾਲੋ ਨੂੰ, ਕਈ ਵਾਰੀ ਅਸੀਂ ਵੇਖਦੇ ਆ ਨਾ, ਇੱਕ ਫੋਟੋ ਬਣੀ ਹੁੰਦੀ ਹੈ ਤੇ ਫੋਟੋ ਦੇ ਉੱਤੇ ਇੱਕ ਪਾਸੇ ਕੋਦਰੇ ਦਾ ਪ੍ਰਸ਼ਾਦਾ ਸੁੱਕਾ ਤੇ ਇੱਕ ਪਾਸੇ ਮਾਲ ਪੂੜਾ, ਇੱਕ ਦੇ ਵਿੱਚੋਂ ਲਹੂ ਵਗਣ ਡਿਆ ਤੇ ਇੱਕ ਦੇ ਵਿੱਚੋਂ ਦੁੱਧ ਵਗਣ ਡਿਆ। ਨਾ ਆਪਾਂ ਦੁੱਧ ਦੀ ਗੱਲ ਕਰਨੇ ਆ ਨਾ ਲਹੂ ਦੀ। ਲਹੂ ਔਰ ਦੁੱਧ ਦੀ ਗੱਲ ਇਹ ਸੀ ਕਿ ਦੁੱਧ ਕਿਆ ਵੀ ਇਹ ਜਿਹੜਾ ਦਸਾਂ ਨੌਵਾਂ ਦੀ ਕਮਾਈ ਹੈ, ਇਹ ਅੰਮ੍ਰਿਤ ਹੈ, ਇਹ ਦੁੱਧ ਹੈ। ਤੇ ਆ ਜਿਹੜਾ ਮਾਲ ਪੂੜਿਆਂ ਦੀ ਗੱਲ ਬਲਕ ਭਾਗੋ ਤੂੰ ਕਰਦਾ ਪਿਆ ਹੈ ਨਾ, ਇਹ ਲਹੂ ਹੈ। ਲਹੂ ਮੀਨਸ ਤੂੰ ਇਹ ਗਰੀਬਾਂ ਦਾ ਲਹੂ ਨਿਚੋੜਿਆ, ਰਿਸ਼ਵਤਾਂ ਖਾਧੀਆਂ ਨੇ। ਇਹ ਗੱਲ ਗੁਰੂ ਅਮਰਦਾਸ ਮਹਾਰਾਜ ਨੇ ਕਹੀ, ਬਾਬਰ, ਅਕਬਰ, ਇਹ ਜਿਹੜਾ ਦਸਾਂ ਨੌਵਾਂ ਦੀ ਕਿਰਤ ਦੇ ਨਾਲ ਲੰਗਰ ਚੱਲਦਾ ਹੈ। ਤੇ ਫਿਰ ਵੀ ਅਕਬਰ ਨੇ ਕਿਹਾ, ਪਾਤਸ਼ਾਹ ਬੀਬੀ ਭਾਨੀ ਜੀ ਦਰਬਾਰ ਵਿੱਚ ਨੇ, ਕਿਆ ਧੀਆਂ ਤੇ ਫਿਰ ਸਾਰਿਆਂ ਦੀਆਂ ਬਰਾਬਰ ਹੀ ਹੁੰਦੀਆਂ ਨੇ ਨਾ। ਸਤਿਗੁਰੂ ਜੀ ਜੇ ਕਿਰਪਾ ਕਰੋ ਤੁਠੋ ਤੇ ਫਿਰ ਮੈਂ ਕੁਝ ਖੇਤੀ, ਕੁਝ ਪਿੰਡਾਂ ਦੀ ਜਿਹੜੀ ਜਾਇਦਾਦ ਹੈ ਬੀਬੀ ਭਾਨੀ ਦੇ ਨਾਂ ਲਾ ਦੇਣਾ। ਇਹ ਜਿਹੜਾ ਝਬਾਲ ਪਰਗਣਾ ਹੈ ਨਾ, ਕੰਗਣਵਾਲ, ਇਹ ਜਿਹੜਾ ਪਰਗਣਾ ਹੈ ਅਕਬਰ ਬਾਦਸ਼ਾਹ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਪੁੱਤਰੀ ਬੀਬੀ ਭਾਨੀ ਦੇ ਨਾਲ ਲਾ ਦਿੱਤਾ। ਹੁਣ ਪ੍ਰਸੰਗ ਇਹ ਚੱਲ ਰਿਹਾ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਹੀਦੀ ਦਾ ਕਾਰਨ ਕੀ ਹੈ? ਸ਼ਹੀਦੀ ਹੁੰਦੀ ਕੀ ਹੈ, ਕਿਉਂ ਹੁੰਦੀ ਹੈ? ਮੈਂ ਗੁਰੂ ਕੀ ਬਾਣੀ ਦੇ ਵਿੱਚੋਂ ਇੱਕ ਸਵਈਆ ਲੈ ਕੇ ਚੱਲ ਰਿਹਾ, ਸਮਾਂ ਮੇਰਾ ਫੇਰ ਪੂਰਾ ਹੋ ਗਿਆ ਹੈ।
ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੋ ਜਸ ਵਖਾਣਿਓ। ਹੁਣ ਜਹਾਂਗੀਰ ਬਾਦਸ਼ਾਹ ਉਹਦਾ ਪੁੱਤਰ ਬੈਠਦਾ ਹੈ ਤੇ ਉਹ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਉਹਦਾ ਪਿਤਾ ਜਿਹੜਾ ਸੀ ਅਕਬਰ, ਉਹ ਗੁਰੂ ਕਿਆਂ ਨਾਲ ਤਾਲਮੇਲ ਰੱਖਦਾ ਹੈ ਤੇ ਤਾਲਮੇਲ ਅਕਬਰ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਨਾਲ ਵੀ ਬਣ ਗਿਆ। ਹੁਣ ਜਹਾਂਗੀਰ ਅਜੇ ਆਪਣੇ ਸਿੰਘਾਸਣ ਤੇ ਬੈਠਾ ਨਹੀਂ ਸੀ, ਉਸ ਦੇ ਅੰਦਰ ਉਹ ਤਿਲ ਮਿਲਾ ਰਿਹਾ ਸੀ ਵੀ ਮੇਰਾ ਪਿਤਾ ਗੁਰੂ ਕਿਆਂ ਦੇ ਨਾਲ ਇਹਨਾਂ ਦੀ ਬਣ ਕਿਉਂ ਆਉਂਦੀ ਹੈ। ਉਹ ਤਯਸਬੀ ਸੀ, ਉਹ ਕੇਵਲ ਇਸਲਾਮ ਲਈ ਚਾਹੁੰਦਾ ਸੀ, ਪਰ ਪਿਤਾ ਗੁਰੂ ਕਿਆਂ ਦੇ ਨਾਲ ਤਾਲਮੇਲ ਬਣਾਇਆ ਹੋਇਆ ਸੀ। ਅਗਲਾ ਜਿਹੜਾ ਪ੍ਰਸੰਗ ਹੈ ਆਪਾਂ ਫਿਰ ਸ਼ੁਰੂ ਕੱਲ ਤੋਂ ਕਰਾਂਗੇ। ਮੈਂ ਇਹ ਲੈ ਕੇ ਚੱਲਿਆ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਹੀਦੀ ਦਾ ਕਾਰਨ ਕਾਨਾ ਪੀਲੂ ਛੱਜੂ ਬਣਦੇ ਨੇ। ਇੱਕ ਨਹੀਂ, ਮੇਰਾ ਚੰਦੂ ਨਹੀਂ, ਕਿੰਨੇ ਕੁ ਲੋਕਾਂ ਦਾ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ, ਇਹ ਆਪਾਂ ਵੇਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।